ਹੈਲੋ ਫਰੈਂਡਸ, ਵੈਲਕਮ ਟੂ ਔਨ ਮਾਈ YouTube ਚੈਨਲ। ਫਰੈਂਡਸ, ਅੱਜ ਅਸੀਂ ਕਰਾਂਗੇ ਸੈਕਿੰਡ ਵਰਲਡ ਵਾਰ, ਦੂਸਰਾ ਵਿਸ਼ਵ ਯੁੱਧ। ਇਸ ਤੋਂ ਪਹਿਲਾਂ ਅਸੀਂ ਫਸਟ ਵਰਲਡ ਵਾਰ ਕਲੀਅਰ ਕਰ ਚੁੱਕੇ ਹਾਂ। ਜੇਕਰ ਅਜੇ ਤੱਕ ਤੁਸੀਂ ਫਸਟ ਵਰਲਡ ਵਾਰ ਨਹੀਂ ਕਲੀਅਰ ਕੀਤੀ, ਨਹੀਂ ਸਮਝੀ, ਤਾਂ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਪਲੇਲਿਸਟ ਵਿੱਚ ਜਾ ਕੇ ਚੈਨਲ 'ਤੇ ਦੇਖ ਸਕਦੇ ਹੋ। ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਜੋ ਦੂਸਰਾ ਵਿਸ਼ਵ ਯੁੱਧ ਅੱਜ ਅਸੀਂ ਕਰਨ ਜਾ ਰਹੇ ਹਾਂ, ਇਸ ਨੂੰ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣਾ ਹੈ। ਇਸ ਦੇ ਵਿੱਚ ਸਾਰੇ ਹੀ ਕਾਜ਼ਜ਼ ਅਸੀਂ ਚੰਗੀ ਤਰ੍ਹਾਂ ਐਕਸਪਲੇਨੇਸ਼ਨ ਦੇ ਨਾਲ ਸਮਝਾਂਗੇ। ਸੋ ਇਹ ਜੋ ਵਾਰ ਹੋਈ ਸੀ ਸੈਕਿੰਡ ਵਰਲਡ ਵਾਰ, ਇਹ ਸਤੰਬਰ ਦੇ ਵਿੱਚ ਹੋਈ ਸੀ 1939 ਤੋਂ 1945 ਤੱਕ। ਠੀਕ ਹੈ, ਤਕਰੀਬਨ 6 ਤੋਂ 6.5 ਮਹੀਨੇ ਚੱਲਣ ਵਾਲਾ ਯੁੱਧ ਸੀ। ਠੀਕ ਹੈ, ਮੈਕਸੀਮਮ 6 ਈਅਰਸ ਮੰਨ ਲੈਂਦੇ ਹਾਂ ਇਸ ਨੂੰ। ਠੀਕ ਹੈ, ਸੋ ਇਹ ਯੁੱਧ 6 ਸਾਲਾਂ ਤੱਕ ਕਹਿੰਦੇ ਹਨ ਕਿ ਚੱਲਿਆ। ਅਤੇ ਇਸ ਨੂੰ ਸ਼ੁਰੂ ਤੁਸੀਂ ਦੇਖ ਸਕਦੇ ਹੋ ਕਦੋਂ ਹੋਈ ਹੈ, ਇਸ ਦੀ ਸ਼ੁਰੂਆਤ ਕਦੋਂ ਹੋਈ ਹੈ, ਤਾਂ 1 ਸਤੰਬਰ 1939 ਨੂੰ। ਇਸ ਨੂੰ ਵਾਰ ਜੋ ਹੋਈਆਂ ਹਨ ਸਾਡੀਆਂ ਵਰਲਡ, ਇਸ ਨੂੰ ਟੋਟਲ ਵਾਰ, ਗਲੋਬਲ ਵਾਰ, ਠੀਕ ਹੈ, ਇਸ ਨੂੰ ਕਿਹਾ ਜਾਂਦਾ ਹੈ ਟੋਟਲ ਵਾਰ। ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਸੈਨਿਕ ਹੀ ਮੇਨ ਟਾਰਗੇਟ ਨਹੀਂ ਸੀ, ਇਸ ਦੇ ਵਿੱਚ ਹਿੱਸਾ ਨਹੀਂ ਸੀ। ਇਸ ਯੁੱਧ ਦਾ ਸੈਨਿਕ ਨਹੀਂ ਸੀ ਇਕੱਲਾ ਹਿੱਸਾ, ਇਸ ਦੇ ਵਿੱਚ ਸਿਵਿਲੀਅਨਸ ਨੂੰ ਮੇਨ ਟਾਰਗੇਟ ਕੀਤਾ ਗਿਆ ਸੀ। ਚਾਹੇ ਕੋਈ ਫੈਕਟਰੀ ਦੇ ਵਿੱਚ ਕੰਮ ਕਰਦਾ ਕੋਈ ਇਨਸਾਨ ਆ, ਚਾਹੇ ਮਜ਼ਦੂਰ ਆ, ਕਿਤੇ ਵੀ ਆ, ਉਸ 'ਤੇ ਵੀ ਬੰਬ ਸਿੱਟੇ ਗਏ। ਪਲੇਨਸ ਦੇ ਦੁਆਰਾ ਬਹੁਤ ਤਬਾਹੀ ਮਚਾਈ ਗਈ। ਠੀਕ ਹੈ, ਸੋ ਇਸ ਦੇ ਵਿੱਚ ਬਹੁਤ ਜ਼ਿਆਦਾ ਜਾਨੀ ਮਾਲੀ ਜੋ ਨੁਕਸਾਨ ਹੋਇਆ। ਠੀਕ ਹੈ, ਜਾਨ ਮਾਲ ਦਾ ਨੁਕਸਾਨ ਆਪਾਂ ਕਹਿ ਦਿੰਦੇ ਹਾਂ ਕਿ ਧਨ ਦੀ ਹਾਨੀ ਵੀ ਹੋਈ ਅਤੇ ਲੋਕਾਂ ਦੀ ਵੀ ਜੋ ਸਰੀਰਕ ਹਾਨੀ ਹੋਈ, ਉਹਨਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ। ਠੀਕ ਹੈ, ਸੋ ਅਪਰੋਕਸੀਮੇਟਲੀ ਇਸ ਨੂੰ ਗਲੋਬਲ ਵਾਰ ਇਸ ਕਰਕੇ ਕਹਿੰਦੇ ਹਨ ਕਿਉਂਕਿ ਇਹ ਜੋ ਹੈ ਏਸ਼ੀਆ ਹੋ ਗਿਆ, ਅਫਰੀਕਾ, ਯੂਰਪ, ਪੈਸੀਫਿਕ ਓਸ਼ਨ, ਐਟਲਾਂਟਿਕ ਓਸ਼ਨ, ਇਹ ਸਾਰੇ ਜੋ ਹੈ ਇੱਥੇ ਲੜਿਆ ਗਿਆ ਯੁੱਧ ਸੀ ਇਹ ਸਾਰੀਆਂ ਥਾਵਾਂ 'ਤੇ। ਠੀਕ ਹੈ, ਸੋ ਅਪਰੋਕਸੀਮੇਟਲੀ ਲਗਭਗ 60 ਤੋਂ 80 ਮਿਲੀਅਨ ਲੋਕੀ ਇਸ ਦੇ ਵਿੱਚ ਆਮ ਲੋਕ ਮਾਰੇ ਗਏ, ਜਿਸ ਦੇ ਵਿੱਚ 50 ਮਿਲੀਅਨ ਜੋ ਸਿਵਿਲੀਅਨਸ ਮੰਨੇ ਜਾਂਦੇ। ਠੀਕ ਹੈ, 25 ਮਿਲੀਅਨ ਜੋ ਇਸ ਦੇ ਵਿੱਚ ਸੋਲਜਰ ਮੰਨੇ ਜਾਂਦੇ। ਠੀਕ ਹੈ, ਸੋ ਇਹ ਸਾਰੇ ਇਸ ਦੇ ਵਿੱਚ ਅਪਰੋਕਸੀਮੇਟਲੀ ਡਾਟਾ ਇਹ ਜੋ ਰਿਕਾਰਡ ਕੀਤਾ ਗਿਆ, ਪਰ ਇਸ ਦੇ ਵਿੱਚ ਜੋ ਤਬਾਹੀ ਮਚੀ ਇਸ ਯੁੱਧ ਦੇ ਵਿੱਚ ਬਹੁਤ ਜ਼ਿਆਦਾ ਭਿਆਨਕ ਸੀ। ਅਤੇ ਇਸ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਮੇਨ ਇਸ ਦੇ ਕਾਰਨ ਘਟਨਾਵਾਂ, ਤਾਂ ਇਸ ਦੇ ਵਿੱਚ ਅਸੀਂ ਗੱਲ ਕਰਨੀ ਹੈ ਜਰਮਨੀ ਦੀ, ਜਿਸ ਦੇ ਉੱਤੇ ਫਸਟ ਵਰਲਡ ਵਾਰ ਦੇ ਵਿੱਚ ਜੋ ਹੈ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਅਤੇ ਵਰਸਾਈ ਦੀ ਸੰਧੀ ਉਸ 'ਤੇ ਥੋਪੀ ਗਈ ਸੀ। 1919 ਈਸਵੀ ਦੇ ਵਿੱਚ ਹੋਈ ਸੀ ਵਰਸਾਈ ਦੀ ਸੰਧੀ। ਠੀਕ ਹੈ, ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਸੀ ਨਾ, ਤਾਂ ਜਿੱਤੇ ਰਾਸ਼ਟਰਾਂ ਦੇ ਦੁਆਰਾ ਹਾਰੇ ਰਾਸ਼ਟਰਾਂ ਨੂੰ ਜਿਸ ਤਰ੍ਹਾਂ ਅਪਮਾਨ ਕੀਤਾ ਨਾ, ਉਸ ਦਾ ਬਦਲਾ ਲੈਣਾ ਇੰਨਾ ਕੁ ਜ਼ਰੂਰੀ ਸੀ ਕਿ ਜਰਮਨੀ ਦੇ ਵਿੱਚ ਹਿਟਲਰ ਨੇ ਆਮ ਲੋਕਾਂ ਨੂੰ ਇਹ ਘੋਸ਼ਣਾ ਕਰ ਦਿੱਤੀ ਸੀ ਕਿ ਮੈਂ ਜੋ ਇਸ ਦਾ ਬਦਲਾ ਲਵਾਂਗਾ। ਠੀਕ ਹੈ, ਉਸਨੇ ਹਾਲਾਂਕਿ ਹਿਟਲਰ ਜੋ ਸੀ ਇੱਕ ਆਮ ਸੈਨਿਕ ਸੀ। ਠੀਕ ਹੈ, ਪਰ ਉਸਨੇ ਇਸ ਤਰ੍ਹਾਂ ਜੋ ਸੀ ਦਾਅਵਾ ਕੀਤਾ ਸੀ ਕਿ ਮੈਂ ਜੋ ਹੈ ਬਹੁਤ ਜ਼ਿਆਦਾ ਇਹਦਾ ਜੋ ਬਦਲਾ ਲਵਾਂਗਾ, ਜੋ ਕਿ ਜਰਮਨੀ ਨੂੰ ਹੀ ਠਹਿਰਾਇਆ ਗਿਆ ਪਹਿਲੇ ਵਿਸ਼ਵ ਯੁੱਧ ਦਾ ਮੇਨ ਜੋ ਮੰਨਿਆ ਜ਼ਿੰਮੇਵਾਰ। ਠੀਕ ਹੈ, ਉਸ 'ਤੇ ਜੁਰਮਾਨਾ ਵੀ ਲਗਾਇਆ ਗਿਆ। ਠੀਕ ਹੈ, ਉਸ ਨੂੰ ਸੈਨਾ ਵੀ ਉਸ ਦੀ ਖ਼ਤਮ ਕਰ ਦਿੱਤੀ ਗਈ। ਠੀਕ ਹੈ, ਪ੍ਰਦੇਸ਼ ਵੀ ਉਸ ਤੋਂ ਖੋਲ੍ਹੇ ਗਏ। ਪਰ ਹਿਟਲਰ ਜੋ ਸੀ ਉਹ ਬਾਅਦ ਵਿੱਚ ਤਾਨਾਸ਼ਾਹ ਬਣ ਕੇ ਸਾਹਮਣੇ ਆਇਆ। ਅਤੇ ਇੱਕ ਮੇਨ ਹਿਟਲਰ ਦੇ ਨਾਲ ਰਿਲੇਟਡ ਕੁਐਸਚਨ ਵੀ ਬਣ ਜਾਂਦਾ ਹੈ ਕਿ ਕਿਸ ਨੇ ਜੋ ਸੀ, ਕਿਹੜਾ ਉਹ ਦਿਨ ਸੀ ਜਦੋਂ ਹਿਟਲਰ ਨੂੰ ਬਿਲਕੁਲ ਹਥਿਆਰ ਨਹੀਂ ਸੀ ਉਸਦੇ ਕੋਲ, ਉਸਨੂੰ ਮਾਰਿਆ ਜਾ ਸਕਦਾ ਸੀ, ਪਰ ਉਸਨੂੰ ਮਾਰਿਆ ਨਹੀਂ ਗਿਆ। ਤਾਂ ਹੈਨਰੀ ਜੋ ਸੀ ਇਸ ਦੇ ਵਿੱਚ ਉਸਦੇ ਇੱਕ ਬ੍ਰਿਟਿਸ਼ ਸੀ, ਜਿਸ ਨੇ ਹਿਟਲਰ ਨੂੰ ਬਿਨਾਂ ਹਥਿਆਰਾਂ ਦੇ ਵੀ ਉਸਨੂੰ ਦੇਖ ਕੇ 28 ਸਤੰਬਰ 1918 ਦੇ ਦਿਨ ਗੋਲੀ ਨਹੀਂ ਮਾਰੀ ਸੀ, ਉਸਨੂੰ ਛੱਡ ਦਿੱਤਾ ਸੀ। ਸੋ ਉਹ ਬਾਅਦ ਵਿੱਚ ਉਹ ਇੱਕ ਮੇਨ ਜੋ ਸੀ ਕਹਿ ਲਓ ਵੀ ਇੱਕ ਟਰਨਿੰਗ ਪੁਆਇੰਟ ਸੀ, ਜਿਸ ਦੇ ਵਿੱਚ ਹਿਟਲਰ ਬਚ ਗਿਆ ਅਤੇ ਫਿਰ ਬਾਅਦ ਵਿੱਚ ਉਸਨੇ ਤਬਾਹੀ ਮਚਾਈ, ਯਹੂਦੀਆਂ ਨੂੰ ਮਾਰਿਆ। ਠੀਕ ਹੈ, ਉਸਨੇ ਆਪਣੀ ਨਾਜ਼ੀਵਾਦੀ ਜੋ ਵਿਚਾਰਧਾਰਾ ਸੀ ਉਸਨੂੰ ਇੰਨਾ ਵਿਸਥਾਰ ਕੀਤਾ, ਨਿਹੱਥੇ ਲੋਕਾਂ ਦੀਆਂ ਲਾਸ਼ਾਂ ਵਿਛਾ ਦਿੱਤੀਆਂ ਸੀ ਹਿਟਲਰ ਨੇ, ਬਹੁਤ ਤਬਾਹੀ ਮਚਾਈ ਸੀ। ਸੋ ਵਰਸਾਈ ਦੀ ਸੰਧੀ ਦੀ ਕਠੋਰਤਾ ਹੀ ਸੀ ਜਿਸ ਦੇ ਵਿੱਚ ਜਰਮਨੀ ਦੇ ਵਿੱਚ ਫਿਰ ਹਿਟਲਰ ਨੂੰ ਇੰਨਾ ਜ਼ਿਆਦਾ ਜੋ ਸੀ ਅੱਗੇ ਸਾਹਮਣੇ ਆਉਣ ਦਾ ਜੋ ਮੌਕਾ ਦਿੱਤਾ ਸੀ। ਕਿਉਂਕਿ ਜਦੋਂ ਇੱਕ ਇਨਸਾਨ ਨੂੰ ਅਸੀਂ ਦਬਾਉਂਦੇ ਹਾਂ ਕਿ ਤੂੰ ਹੀ ਇਸ ਦੇ ਲਈ ਜ਼ਿੰਮੇਵਾਰ ਹੈ। ਠੀਕ ਹੈ, ਜਦੋਂ ਮੈਨੂੰ ਇੱਕ ਜੋ ਪਰਸਨ ਕਹੀ ਜਾਏਗਾ ਤੂੰ ਇਵੇਂ ਵੀ ਕੀਤਾ, ਤੇਰੇ 'ਤੇ ਆਵੇ ਇਲਜ਼ਾਮ, ਠੀਕ ਹੈ, ਤਾਂ ਕਿਤੇ ਨਾ ਕਿਤੇ ਮੇਰੇ ਅੰਦਰ ਬਦਲੇ ਦੀ ਭਾਵਨਾ ਤਾਂ ਆਏਗੀ ਨਾ, ਤਾਂ ਮੈਂ ਉਸਦਾ ਬਦਲਾ ਲੈਣ ਦੇ ਲਈ ਕਿਤੇ ਨਾ ਕਿਤੇ ਤਾਂ ਹੱਥ ਪੈਰ ਮਾਰਾਂਗੀ ਨਾ। ਠੀਕ ਹੈ, ਸੋ ਇਸ ਤਰ੍ਹਾਂ ਦਾ ਕਿਤੇ ਕੰਸੈਪਟ ਜਰਮਨੀ ਦੇ ਨਾਲ ਬਣ ਗਿਆ। ਵਰਸਾਈ ਦੀ ਸੰਧੀ ਦੀ ਕਠੋਰਤਾ ਜਰਮਨੀ ਦੇ ਨਾਲ ਇਸ ਦੇ ਵਿੱਚ ਵਰਤੀ ਗਈ। ਠੀਕ ਹੈ, ਜਰਮਨੀ ਨੇ ਬਾਅਦ ਵਿੱਚ ਇਸ ਦਾ ਬਦਲਾ ਲਿਆ
ਇਸ ਦੇ ਵਿੱਚ ਹਿਟਲਰ ਜੋ ਸੀ ਉਹ ਤਾਨਾਸ਼ਾਹ ਰਾਜਾ ਬਣ ਕੇ ਸਾਹਮਣੇ ਆਇਆ। ਠੀਕ ਹੈ, ਸੋ ਕਿਹਾ ਵੀ ਜਾਂਦਾ ਹੈ ਵਰਸਾਈ ਦੀ ਸੰਧੀ ਨਾਲ ਰਿਲੇਟਡ ਫੈਕਟ ਇੱਕ ਪੁੱਛ ਸਕਦੇ ਆ ਕਿ ਵਰਸਾਈ ਦੀ ਸੰਧੀ ਕੋਈ ਸ਼ਾਂਤੀ ਸੰਧੀ ਨਹੀਂ ਸੀ, ਇਹ ਤਾਂ ਆਉਣ ਵਾਲੇ 20 ਸਾਲਾਂ ਲਈ ਇੱਕ ਵਿਰਾਮ ਸੀ। ਇਹ ਕਿਸ ਨੇ ਕਿਹਾ ਸੀ? ਤਾਂ ਇਹ ਮਾਰਸ਼ਲ ਫੋਚ ਦਾ ਕਥਨ ਸੀ। ਠੀਕ ਹੈ, ਸੋ ਵਰਸਾਈ ਦੀ ਸੰਧੀ ਨੇ ਕੋਈ ਵੀ ਸ਼ਾਂਤੀ ਨਹੀਂ ਸਥਾਪਿਤ ਕੀਤੀ। 20 ਸਾਲ ਜੋ ਵੀ ਲੰਘੇ ਇਸ ਦੇ ਵਿੱਚ ਇਹ ਸਿਰਫ ਇਕੋਨਮੀ ਬੂਮ ਅਪ ਹੋਈ। ਠੀਕ ਹੈ, ਉਹੀ ਜੋ ਸੀ ਮੇਨ ਇਕੋਨਮੀ ਨੂੰ ਜੋ ਬਾਕੀ ਦੇਸ਼ ਸੀ ਉਹਨਾਂ ਨੇ ਆਪਣਾ ਵਧਾਉਣਾ ਸ਼ੁਰੂ ਕੀਤਾ ਥੋੜ੍ਹਾ ਥੋੜ੍ਹਾ, ਜਿਵੇਂ ਨੁਕਸਾਨ ਦੇ ਵਿੱਚ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਵੀ ਸਾਰੇ ਦੇਸ਼ ਸਨ। ਸੋ ਉਹਨਾਂ ਨੇ ਆਪਣਾ ਇਕੋਨਮੀ ਨੂੰ ਮੇਨ ਫੋਕਸ ਕੀਤਾ, ਤਾਂ ਕਰਕੇ ਕੋਈ ਯੁੱਧ ਨਹੀਂ ਹੋਇਆ ਤੇ 20 ਸਾਲ ਇਸ ਦੇ ਵਿੱਚ ਪੈ ਗਏ। ਠੀਕ ਹੈ, ਵਿਰਾਮ ਲੱਗ ਗਿਆ ਸੀ। ਤੇ ਬਾਅਦ ਵਿੱਚ ਹੁਣ ਮੇਨ ਰੀਜ਼ਨ ਬਣਦੇ ਹਨ ਸੈਕਿੰਡ ਵਰਲਡ ਵਾਰ ਦੇ, ਜੋ ਮਹਾਸ਼ਕਤੀਆਂ ਦਾ ਉਦੈ ਹੋ ਗਿਆ। ਠੀਕ ਹੈ, ਮਹਾਸ਼ਕਤੀਆਂ ਦਾ ਉਦੈ ਕੀ ਹੋ ਗਿਆ ਕਿ ਇਸ ਦੇ ਵਿੱਚ ਤਾਨਾਸ਼ਾਹੀ ਸ਼ਕਤੀਆਂ ਬਣ ਗਈਆਂ। ਕਿਹੜੀਆਂ ਸ਼ਕਤੀਆਂ ਬਣ ਗਈਆਂ? ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਨਵੀਂ ਸ਼ਕਤੀ ਬਣੀ ਇਟਲੀ। ਠੀਕ ਹੈ, ਇਟਲੀ ਦੇ ਵਿੱਚ ਹੈ ਮੁਸੋਲਿਨੀ ਦਾ ਰਾਜ। ਮੁਸੋਲਿਨੀ ਦਾ ਇਟਲੀ ਦੇ ਵਿੱਚ ਰਾਜ ਹੋ ਗਿਆ। ਇਟਲੀ ਇੱਕ ਅਜਿਹਾ ਦੇਸ਼ ਸੀ ਜੋ ਕਿ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਮਿੱਤਰ ਰਾਸ਼ਟਰਾਂ ਦੇ ਵੱਲੋਂ ਲੜਿਆ ਸੀ। ਠੀਕ ਹੈ, ਸੋ ਆਪਾਂ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਵੀ ਕੀਤਾ, ਇੱਕ ਪਾਸੇ ਮਿੱਤਰ ਰਾਸ਼ਟਰ ਇੱਕ ਪਾਸੇ ਧੁਰੀ ਰਾਸ਼ਟਰ। ਇਟਲੀ ਪਹਿਲਾਂ ਮਿੱਤਰ ਰਾਸ਼ਟਰਾਂ ਦੇ ਵੱਲੋਂ ਲੜਿਆ, ਦੂਜੇ ਵਿਸ਼ਵ ਯੁੱਧ ਦੇ ਵਿੱਚ ਧੁਰੀ ਰਾਸ਼ਟਰਾਂ ਦੇ ਵੱਲੋਂ ਲੜਿਆ। ਠੀਕ ਹੈ, ਕਿਉਂ ਲੜਿਆ? ਕਿਉਂਕਿ ਪੈਰਿਸ ਸੰਮੇਲਨ ਦੇ ਵਿੱਚ ਉਹਨੂੰ ਕੋਈ ਲਾਭ ਹੀ ਨਹੀਂ ਮਿਲਿਆ। ਇਟਲੀ ਜਿਹੜਾ ਦੇਸ਼ ਸੀ ਉਹਨੂੰ ਕੋਈ ਲਾਭ ਹੀ ਨਹੀਂ ਮਿਲਿਆ। ਜਿਸ ਇਨਸਾਨ ਨੂੰ ਕੋਈ ਲਾਭ ਹੀ ਨਹੀਂ ਮਿਲ ਰਿਹਾ ਤਾਂ ਉਹ ਕਿਤੇ ਨਾ ਕਿਤੇ ਤਾਂ ਦੂਜੇ ਹੋਰ ਪਾਸੇ ਜਾਏਗਾ ਨਾ। ਤਾਂ ਇਟਲੀ ਦੇਸ਼ ਸੀ ਜਿਸ ਨੂੰ ਕੋਈ ਲਾਭ ਹੀ ਨਹੀਂ ਮਿਲਿਆ, ਤਾਂ ਉਸਨੇ ਕੀ ਕੀਤਾ? ਉਸਨੇ ਫਾਸੀਵਾਦ ਵਿਚਾਰਧਾਰਾ ਅਪਣਾ ਲਈ। ਠੀਕ ਹੈ, ਉਸਨੇ ਉਸਦੀ ਸਥਾਪਨਾ ਕਰ ਸਾਰੀਆਂ ਸ਼ਕਤੀਆਂ ਆਪਣੇ ਹੱਥ ਵਿੱਚ ਲੈ ਲਈਆਂ। ਜੋ ਰਾਸ਼ਟਰ ਸੰਘ ਬਣਿਆ ਉਹਦੀ ਮੈਂਬਰਸ਼ਿਪ ਦਾ ਤਿਆਗ ਕਰ ਦਿੱਤਾ। ਸੋ ਮਹਾਸ਼ਕਤੀਆਂ ਦੇ ਵਿੱਚ ਇਟਲੀ ਮੇਨ ਆਪਣਾ ਜੋ ਨਾਮ ਦਰਜ ਕਰਾ ਗਿਆ ਮੁਸੋਲਿਨੀ ਹੇਠ। ਠੀਕ ਹੈ, ਸੋ ਇਸ ਤਰ੍ਹਾਂ ਮਹਾਸ਼ਕਤੀਆਂ ਦਾ ਉਦੈ ਹੋਇਆ। ਆਪਾਂ ਜਰਮਨੀ ਦਾ ਕੀਤਾ, ਜਰਮਨੀ ਦੇ ਵਿੱਚ ਹਿਟਲਰ ਨੇ ਆਪਣਾ ਦਬਦਬਾ ਕਾਇਮ ਕਰ ਲਿਆ, ਤਾਨਾਸ਼ਾਹ ਬਣ ਗਿਆ। ਇਟਲੀ ਦੇ ਵਿੱਚ ਮੁਸੋਲਿਨੀ ਬਣ ਗਿਆ। ਹੁਣ ਗੱਲ ਆਉਂਦੀ ਹੈ ਜਾਪਾਨ ਦੀ। ਇਹ ਤਿੰਨੇ ਦੇਸ਼ ਤੁਸੀਂ ਯਾਦ ਰੱਖਣੇ ਹਨ ਜੋ ਕਿ ਧੁਰੀ ਦੇਸ਼ ਕਹਿਲਾਉਣਗੇ। ਇਹ ਹੀ ਇੱਕ ਪਾਸੇ ਹੋਣਗੇ, ਦੂਸਰੇ ਵਿਸ਼ਵ ਯੁੱਧ ਦੇ ਵਿੱਚ ਧੁਰੀ ਦੇਸ਼ਾਂ ਦੇ ਵਿੱਚ ਇਹ ਸ਼ਾਮਿਲ ਹੋਣਗੇ। ਸੋ ਸਾਮਰਾਜਵਾਦੀ ਭਾਵਨਾਵਾਂ ਜੋ ਉਹ ਸਾਰਿਆਂ ਦੇ ਵਿੱਚ ਪ੍ਰਬਲ ਹੋ ਗਈ। ਇਸ ਦੇ ਵਿੱਚ ਆਪਾਂ ਕਰਾਂਗੇ ਜੋ ਚੀਨ ਜਾਪਾਨ ਯੁੱਧ ਠੀਕ ਹੈ ਹੋਇਆ, ਜਾਪਾਨ ਨੇ ਚੀਨ ਤੇ ਹਮਲਾ ਕੀਤਾ। ਠੀਕ ਹੈ, 1910 ਈਸਵੀ ਦੇ ਵਿੱਚ ਪਹਿਲਾਂ ਹੀ ਜਾਪਾਨ ਨੇ ਕੋਰੀਆ ਤੇ ਅਧਿਕਾਰ ਕੀਤਾ ਹੋਇਆ ਸੀ। 3031 ਦੇ ਵਿੱਚ ਜਾਪਾਨ ਨੇ ਚੀਨ ਤੇ ਹਮਲਾ ਕਰਕੇ ਮਨਚੂਰੀਆ ਤੇ ਆਪਣਾ ਅਧਿਕਾਰ ਕਰ ਲਿਆ। ਠੀਕ ਹੈ, ਇਹ ਮੇਨ ਜੋ ਸਾਮਰਾਜਵਾਦੀ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਮੇਨ ਫੈਕਟ ਹਨ ਜਦੋਂ ਕਿਸ ਨੇ ਕਿਸ ਤੇ ਅਧਿਕਾਰ ਕੀਤਾ, ਕਬਜ਼ਾ ਕੀਤਾ। ਠੀਕ ਹੈ, ਸੋ ਚੀਨ ਤੇ ਜੋ ਹੈ ਜਾਪਾਨ ਨੇ ਜੋ ਹੈ ਇੱਕ ਇਲਾਕਾ ਸੀ ਮਨਚੂਰੀਆ ਜਿਸ ਤੇ ਉਸਨੇ ਅਧਿਕਾਰ ਕਰ ਲਿਆ। 1935 ਈਸਵੀ ਦੇ ਵਿੱਚ ਇਟਲੀ ਜੋ ਸੀ ਮੁਸੋਲਿਨੀ ਹੇਠ ਉਸਨੇ ਇਥੋਪੀਆ ਤੇ ਕਬਜ਼ਾ ਕਰ ਲਿਆ। 35 ਵਿੱਚ ਜਰਮਨੀ ਨੇ ਰਾਇਨਲੈਂਡ ਸੀ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਮੰਨਿਆ ਜਾਂਦਾ ਹੈ ਰਾਇਨਲੈਂਡ ਨੂੰ, ਉਸ ਨੂੰ ਵੀ ਜੋ ਸੀ ਉਸ ਤੇ ਵੀ ਅਧਿਕਾਰ ਕਰ ਲਿਆ। ਤੇ 38 ਈਸਵੀ ਦੇ ਵਿੱਚ ਆਸਟਰੀਆ ਤੇ ਵੀ ਆਪਣਾ ਹਿੱਸਾ ਸਮਝਦੇ ਹੋਏ ਜਿੱਤ ਪ੍ਰਾਪਤ ਕਰਕੇ ਜਰਮਨ ਸਾਮਰਾਜ ਦੇ ਵਿੱਚ ਮਿਲਾ ਲਿਆ ਗਿਆ। ਸੋ ਇਹ ਸਾਰੀਆਂ ਸਾਮਰਾਜਵਾਦੀ ਭਾਵਨਾਵਾਂ ਸੀ ਇੱਕ ਦੂਜੇ ਦੇ ਉੱਤੇ ਕਬਜ਼ਾ ਕਰਨ ਵਾਲੀਆਂ। ਸੋ ਤੁਸੀਂ ਇਸ ਦਾ ਟਾਈਮ ਪੀਰੀਅਡ ਜੋ ਹੈ ਉਹ ਯਾਦ ਰੱਖ ਸਕਦੇ ਹੋ। ਇਹ ਸੈਕਿੰਡ ਵਰਲਡ ਵਾਰ ਦੇ ਲਈ ਮੇਨ ਕਾਜ਼ਜ਼ ਬਣੇ। ਸੋ ਨੈਕਸਟ ਆਪਾਂ ਦੇਖਦੇ ਹਾਂ ਮੇਨ ਕਾਜ਼ ਦੋ ਵਿਰੋਧੀ ਸਮੂਹ ਦਾ ਸਾਹਮਣੇ ਆਉਣਾ। ਹੁਣ ਦੋ ਵਿਰੋਧੀ ਗੁੱਟ ਤਾਂ ਆਪਾਂ ਪਹਿਲਾਂ ਹੀ ਕਰ ਰਹੇ ਹਾਂ, ਜਿਵੇਂ ਮਿੱਤਰ ਰਾਸ਼ਟਰ ਹੈ ਇੱਕ ਪਾਸੇ ਸਾਡੇ ਧੁਰੀ ਰਾਸ਼ਟਰ ਹੈ। ਠੀਕ ਹੈ, ਸੋ ਜਰਮਨੀ ਜੋ ਹੈ ਉਹ ਮੇਨ ਆਪਣੀ ਸ਼ਕਤੀ ਵਧਾਈ ਜਾ ਰਿਹਾ। ਠੀਕ ਹੈ, ਜਦੋਂ ਇੱਕ ਇਨਸਾਨ ਸ਼ਕਤੀ ਜੋ ਹੈ ਵਧਾਈ ਜਾ ਰਿਹਾ, ਇੱਕ ਦੇਸ਼ ਆਪਣੀ ਸ਼ਕਤੀ ਵਧਾਈ ਜਾ ਰਿਹਾ ਹੈ, ਤਾਂ ਕਿਤੇ ਨਾ ਕਿਤੇ ਉਹਦੇ ਸਾਹਮਣੇ ਵਾਲੇ ਦੇਸ਼ਾਂ ਨੂੰ ਇਹ ਹੋ ਜਾਂਦਾ ਹੈ ਕਿ ਕਿਤੇ ਸਾਡੇ ਵੀ ਦੋਸਤ ਹੋਣਗੇ ਤਾਂ ਅਸੀਂ ਇਸ ਦੇ ਨਾਲ ਜੇਕਰ ਕੋਈ ਟੱਕਰ ਹੋਵੇ ਤਾਂ ਅਸੀਂ ਰਲ ਕੇ ਸਾਹਮਣਾ ਕਰ ਸਕੀਏ। ਸੋ ਬਾਕੀ ਦੇਸ਼ਾਂ ਨੇ ਕਿਤੇ ਨਾ ਕਿਤੇ ਪਹਿਲ ਕੀਤੀ, ਇਸ ਦੇ ਵਿੱਚ ਫਰਾਂਸ ਨੇ ਇਸ ਦੇ ਵਿੱਚ। ਠੀਕ ਹੈ, ਸੋ ਮੁੱਖ ਰੱਖਦੇ ਹੋਏ ਕਿਤੇ ਨਾ ਕਿਤੇ ਦੋਸਤੀ ਲਈ ਗੁੱਟ ਬਣਾਉਣੇ ਸਟਾਰਟ ਕਰ ਦਿੱਤੇ। ਫਰਾਂਸ ਨੇ ਇਸ ਵਿੱਚ ਪਹਿਲ ਕਰ ਦਿੱਤੀ। ਠੀਕ ਹੈ, ਸੋ ਉਸਨੇ ਜਰਮਨ ਦੇ ਆਲੇ ਦੁਆਲੇ ਦੇ ਜੋ ਰਾਸ਼ਟਰ ਸੀ ਨਾ ਉਹਨਾਂ ਦਾ ਇੱਕ ਜਰਮਨ ਵਿਰੋਧੀ ਗੁੱਟ ਬਣਾ ਲਿਆ, ਉਸਨੇ ਉਹਨਾਂ ਦੇ ਨਾਲ ਦੋਸਤੀ ਕਰ ਲਈ। ਠੀਕ ਹੈ, ਦੇਖੋ ਦੇਖੀ ਇਟਲੀ ਨੇ ਕੀ ਕੀਤਾ, ਜਾਪਾਨ ਤੇ ਜਰਮਨੀ ਦੇ ਨਾਲ ਤ੍ਰਿਗੁੱਟ ਬਣਾ ਲਿਆ। ਹੁਣ ਅਸੀਂ ਤਿੰਨ ਦੇਸ਼ ਦਾ ਮੇਨ ਫੋਕਸ ਕਰ ਹੀ ਰਹੇ ਹਾਂ, ਕਿਹੜੇ ਕਿਹੜੇ? ਇਟਲੀ, ਜਾਪਾਨ ਤੇ ਜਰਮਨੀ। ਇਹਨਾਂ ਦਾ ਕੀ ਬਣ ਗਿਆ? ਹੁਣ ਤ੍ਰਿਗੁੱਟ ਬਣ ਗਿਆ। ਠੀਕ ਹੈ, ਇਹ ਤ੍ਰਿਗੁੱਟ ਦੇ ਨਾਲ ਇਹ ਧੁਰੀ ਰਾਸ਼ਟਰ ਦੇ ਨਾਂ ਨਾਲ ਪ੍ਰਸਿੱਧ ਹੋ ਗਏ। ਦੂਜੇ ਪਾਸੇ ਜਿਹੜੇ ਸਾਡੇ ਆ ਗਏ ਫਰਾਂਸ, ਇੰਗਲੈਂਡ, ਅਮਰੀਕਾ, ਸੋਵੀਅਤ ਸੰਘ ਮਿੱਤਰ ਰਾਸ਼ਟਰ ਦੇ ਨਾਮ ਨਾਲ ਇਹ ਜਾਣੇ ਗਏ। ਠੀਕ ਹੈ, ਸੋ ਇਸ ਤਰ੍ਹਾਂ ਇਹ ਜੋ ਦੋ ਵਿਰੋਧੀ ਸਮੂਹ ਸਾਹਮਣੇ ਆ ਗਏ, ਜਦੋਂ ਦੋ ਵਿਰੋਧੀ ਜੋ ਸਾਡੇ ਗੁੱਟ ਬਣ ਜਾਂਦੇ ਆ, ਆਸ਼ੰਕਾ ਵੱਧ ਜਾਂਦੀ ਹੈ ਕਿ ਕਿਤੇ ਉਹ ਨਾ ਪਹਿਲਾਂ ਹਮਲਾ ਕਰਦੇ, ਕੁਛ ਵੀ ਹੋ ਜਾਏ। ਠੀਕ ਹੈ, ਇੱਧਰ ਉੱਧਰ। ਸੋ ਇਹ ਨਫ਼ਰਤ ਵਧੀ, ਆਸ਼ੰਕਾ ਵਧੀ ਤੇ ਦੂਸਰਾ ਵਿਸ਼ਵ ਯੁੱਧ ਹੋਣਾ ਲਾਜ਼ਮੀ
ਹੋ ਗਿਆ, ਮੇਨ ਕਾਜ਼ਸ ਬਣਿਆ। ਨੈਕਸਟ ਇੰਪੋਰਟੈਂਟ ਕਾਜ਼ ਹੈ ਨਿਸ਼ਸਤਰੀਕਰਨ ਦੀ ਅਸਫਲਤਾ। ਸ਼ਸਤਰੀਕਰਨ ਹੁੰਦਾ ਹੈ ਹਥਿਆਰ ਰੱਖਣਾ, ਨਿਸ਼ਸਤਰੀਕਰਨ ਹੁੰਦਾ ਹੈ ਹਥਿਆਰ ਨਾ ਰੱਖਣਾ। ਹੁਣ ਹਥਿਆਰ ਨਾ ਰੱਖਣ ਦੀ ਨੀਤੀ ਤਾਂ ਵਰਸਾਏ ਦੀ ਸੰਧੀ ਦੇ ਵਿੱਚ ਹੀ ਸ਼ਰਤ ਰੱਖੀ ਗਈ ਸੀ ਕਿ ਜਰਮਨੀ ਹਥਿਆਰ ਨਹੀਂ ਰੱਖ ਸਕਦਾ, 1 ਲੱਖ ਤੱਕ ਉਹਦੀ ਸੈਨਾ ਸੀਮਿਤ ਕਰ ਦਿੱਤੀ, ਠੀਕ ਹੈ। ਜਰਮਨੀ ਦੀ ਸੰਖਿਆ ਜੋ ਸੀ ਸੈਨਾ ਦੀ, ਪਣਡੁੱਬੀ ਜੰਗੀ ਜਹਾਜ਼ ਨਹੀਂ ਰੱਖ ਸਕਦੇ, ਗੋਲਾ ਬਾਰੂਦ ਨਹੀਂ ਰੱਖ ਸਕਦੇ, ਇਹ ਸਾਰੇ ਅਧਿਕਾਰ ਜਰਮਨੀ ਤੋਂ ਖੋਲ੍ਹੇ ਸੀ। ਭਾਵ ਨਿਸ਼ਸਤਰੀਕਰਨ ਦੀ ਨੀਤੀ ਜਰਮਨੀ ਲਈ ਸੀ, ਪਰ ਬਾਕੀ ਦੇਸ਼ਾਂ ਨੇ ਕੀ ਕੀਤਾ, ਜੋ ਮਿੱਤਰ ਰਾਸ਼ਟਰ ਸੀ ਬਾਕੀ, ਉਹਨਾਂ ਨੂੰ ਵੀ ਤਾਂ ਇਸ ਨੀਤੀ 'ਤੇ ਚੱਲਣਾ ਚਾਹੀਦਾ ਸੀ ਵੀ ਹਾਂ ਇਸ ਤਰ੍ਹਾਂ ਦਾ ਕੰਮ ਆਪਾਂ ਯੁੱਧ ਵਾਲਾ ਹੁਣ ਨਹੀਂ ਕਰਨਾ। ਜਰਮਨੀ 'ਤੇ ਤਾਂ ਰੋਕ ਲਗਾ ਦਿੱਤੀ, ਪਰ ਆਪ ਉਹਨਾਂ ਨੇ ਆਪਣੀ ਸੈਨਾ ਵੀ ਵਧਾਈ, ਹਥਿਆਰ ਵੀ ਰੱਖੇ, ਸਭ ਕੁਛ ਕੀਤਾ। ਅਤੇ ਫਿਰ ਹਿਟਲਰ ਜੋ ਸੀ ਨਾ, ਹਿਟਲਰ ਤਾਂ ਮੇਨ ਸੀ, ਉਹ ਤਾਨਾਸ਼ਾਹ ਬਣਿਆ ਸੀ। ਉਹ ਕਿਵੇਂ ਇਹ ਚੀਜ਼ ਦੇਖ ਸਕਦਾ ਸੀ, ਤਾਂ ਉਸਨੇ ਸੱਤਾ ਵਿੱਚ ਆ ਕੇ 1934 ਈਸਵੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਹਿਟਲਰ ਨੇ ਜਰਮਨੀ ਦਾ ਸ਼ਸਤਰੀਕਰਨ ਕਰਨਾ ਸਟਾਰਟ ਕਰ ਦਿੱਤਾ। ਭਾਵ ਉਸਨੇ ਨਿਸ਼ਸਤਰੀਕਰਨ ਦੀ ਨੀਤੀ ਦਾ ਤਿਆਗ ਕਰ ਦਿੱਤਾ। ਉਸਨੇ ਵੀ ਹਥਿਆਰ ਰੱਖੇ, ਸੈਨਾ ਨੂੰ ਮਜ਼ਬੂਤ ਕੀਤਾ, ਸਭ ਕੁਛ ਕੀਤਾ ਫਿਰ ਉਸਨੇ, ਠੀਕ ਹੈ। ਸੋ ਇਹ ਨੀਤੀ ਦੀ ਅਸਫਲਤਾ ਹੋ ਗਈ, ਤਾਂ ਦੂਸਰਾ ਵਰਲਡ ਵਾਰ ਹੋਣਾ ਜੋ ਸੀ ਮੇਨ ਇੰਪੋਰਟੈਂਟ ਹੋ ਗਿਆ, ਕਿਉਂਕਿ ਸਾਰਿਆਂ ਕੋਲ ਹਥਿਆਰ ਆ ਰਹੇ, ਸਾਰੇ ਅੱਗੇ ਤੋਂ ਅੱਗੇ ਜੋ ਇੱਕ ਦੂਜੇ ਤੋਂ ਜਾਣ ਦੀ ਦੌੜ ਦੇ ਵਿੱਚ ਲੱਗ ਗਏ, ਠੀਕ ਹੈ। ਸੋ ਨੈਕਸਟ ਇੰਪੋਰਟੈਂਟ ਮੇਨ ਕਾਜ਼ ਬਣਿਆ ਅੰਤਰਰਾਸ਼ਟਰੀ ਆਰਥਿਕ ਸੰਕਟ, ਜੋ ਆਰਥਿਕ ਮੰਦੀ ਆ ਗਈ ਸੀ। ਇਹ ਮੰਦੀ ਅਪਰੋਕਸੀਮੇਟਲੀ ਟਾਈਮ ਪੀਰੀਅਡ 1929-30 ਮੰਨਿਆ ਜਾਂਦਾ ਕਿ 1929-30 ਦਾ ਟਾਈਮ ਇਸ ਤਰ੍ਹਾਂ ਦਾ ਸੀ ਕਿ ਆਰਥਿਕ ਮੰਦੀ ਆ ਗਈ, ਠੀਕ ਹੈ। ਕਾਰਖਾਨੇ ਉਤਪਾਦਨ ਬੰਦ ਹੋ ਗਏ, ਬੇਰੁਜ਼ਗਾਰੀ ਆ ਗਈ, ਭੁੱਖਮਰੀ ਫੈਲ ਗਈ, ਉਦਯੋਗ ਸਾਰੇ ਠੱਪ ਹੋ ਗਏ। ਸਭ ਤੋਂ ਬੁਰੀ ਕੰਡੀਸ਼ਨ ਜਰਮਨੀ ਦੀ ਬਣ ਗਈ, ਕਿਉਂਕਿ ਜਰਮਨੀ ਨੇ ਇੱਕ ਤਾਂ ਆਪਣੇ ਆਪ ਨੂੰ ਉੱਚਾ ਚੁੱਕਣਾ ਸੀ, ਰੀਬਿਲਡ ਕਰਨਾ ਸੀ। ਫਸਟ ਵਰਲਡ ਵਾਰ ਤੋਂ ਬਾਅਦ ਸਭ ਤੋਂ ਜ਼ਿਆਦਾ ਜਰਮਨੀ ਨੂੰ ਨੁਕਸਾਨ ਸੀ, ਉਸਨੇ ਅੱਗੇ ਤੋਂ ਅੱਗੇ ਹੋਣਾ ਸੀ, ਕਿਤੇ ਨਾ ਕਿਤੇ ਆਪਣੇ ਪੈਰਾਂ 'ਤੇ ਖੜੇ ਹੋਣਾ ਸੀ ਜਰਮਨੀ ਨੇ। ਉਸਨੇ ਜੁਰਮਾਨਾ ਵੀ ਦੇਣਾ ਸੀ, ਤਾਂ ਉਸਨੂੰ ਪੈਸਿਆਂ ਦੀ ਬਹੁਤ ਲੋੜ ਸੀ, ਪਰ ਇਹ ਆਰਥਿਕ ਸੰਕਟ ਦੇ ਨਾਲ ਸਭ ਕੁਝ ਜੋ ਸੀ ਜਰਮਨੀ ਲਈ ਰੁਕ ਗਿਆ ਸੀ, ਠੀਕ ਹੈ। ਸੋ ਇਹ ਮੰਦੀ ਵੀ ਜੋ ਸੀ ਮੇਨ ਇੰਪੋਰਟੈਂਟ ਕਾਜ਼ ਬਣੀ, ਕਿਉਂਕਿ ਆਰਥਿਕ ਮੰਦੀ ਦੇ ਨਾਲ ਸਾਰੇ ਲੋਕੀ ਬੇਰੁਜ਼ਗਾਰ ਹੋ ਗਏ। ਹੁਣ ਧਿਆਨ ਕਿਸ ਪਾਸੇ ਲੱਗਣਾ ਹੈ ਕਿ ਇੱਧਰ ਭਰਤੀ ਹੋ ਜਾਂਦੇ ਆ ਸੈਨਾ ਦੇ ਵਿੱਚ, ਇੱਦਾਂ ਕਰ ਲੈਂਦੇ, ਉੱਦਾਂ ਕਰ ਲੈਂਦੇ, ਹੈ ਨਾ। ਸੋ ਜਦੋਂ ਇਹ ਆਰਥਿਕ ਸੰਕਟ ਦੇ ਨਾਲ ਬੇਰੁਜ਼ਗਾਰੀ ਫੈਲ ਗਈ, ਕਿਤੇ ਨਾ ਕਿਤੇ ਯੁੱਧਾਂ ਵੱਲ ਧਿਆਨ ਦੁਆਰਾ ਜਾਣ ਲੱਗ ਗਿਆ, ਸਾਰੇ ਇੱਕ ਦੂਜੇ ਨਾਲ ਜੋ ਹੈ ਫਿਰ ਘ੍ਰਿਣਾ ਜਿਹੀ ਕਰਨ ਲੱਗ ਗਏ ਸੀ, ਠੀਕ ਹੈ, ਨਫ਼ਰਤ ਕਰਨ ਲੱਗ ਗਏ ਸੀ। ਨੈਕਸਟ ਹੈ ਤੁਸ਼ਟੀਕਰਨ ਦੀ ਨੀਤੀ। ਬਹੁਤ ਹੀ ਇੰਪੋਰਟੈਂਟ ਫੈਕਟ ਇਹ ਮੰਨਿਆ ਜਾਂਦਾ ਕਿ ਤੁਸ਼ਟੀਕਰਨ ਦੀ ਨੀਤੀ ਹੈ ਕੀ। ਬਹੁਤ ਹੀ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਤੁਸ਼ਟੀਕਰਨ ਦੀ ਨੀਤੀ ਅਸਲ ਦੇ ਵਿੱਚ ਪਤਾ ਕੀ ਹੁੰਦੀ ਹੈ, ਇਹ ਨੀਤੀ ਹੁੰਦੀ ਹੈ ਕਿ ਕਿਸੇ ਨੂੰ ਜਦੋਂ ਆਪਾਂ ਕੋਈ ਦੇਸ਼ ਹੈ ਸਾਡੇ ਸਾਹਮਣੇ, ਅਸੀਂ ਉਸਨੂੰ ਰੋਕ ਸਕਦੇ ਹਾਂ, ਪਰ ਅਸੀਂ ਉਸਨੂੰ ਅੱਗੇ ਵਧਣ ਤੋਂ ਰੋਕਦੇ ਨਹੀਂ, ਅਸੀਂ ਰੋਕ ਟੋਕ ਨਹੀਂ ਲਗਾਉਂਦੇ ਉਸ 'ਤੇ। ਜਿਵੇਂ ਉਹ ਕਰਨਾ ਚਾਹੁੰਦਾ ਉਵੇਂ ਉਹ ਕਰੀ ਜਾਵੇ, ਅਸੀਂ ਉਸਨੂੰ ਰੋਕਦੇ ਨਹੀਂ ਹਾਂ। ਇਹ ਹੁੰਦੀ ਹੈ ਤੁਸ਼ਟੀਕਰਨ ਦੀ ਨੀਤੀ। ਅਤੇ ਤੁਸ਼ਟੀਕਰਨ ਦੀ ਨੀਤੀ ਦੇ ਵਿੱਚ ਅਸੀਂ ਗੱਲ ਕਰਨੀ ਹੈ ਹੁਣ ਮੇਨ ਇੰਪੋਰਟੈਂਟ, ਤੁਸੀਂ ਇਸ ਦੇ ਵਿੱਚ ਸਮਝਣਾ ਹੈ। ਇੱਕ ਪਾਸੇ ਹੈ ਰੂਸ, ਇੱਕ ਪਾਸੇ ਰੂਸ ਹੈ ਜੋ ਕਿ ਇਸ ਦੀ ਵਿਚਾਰਧਾਰਾ ਦਾ ਸਮਰਥਕ ਹੈ, ਸਾਮਵਾਦ ਦਾ, ਠੀਕ ਹੈ। ਦੂਜੇ ਪਾਸੇ ਹੈ ਸਾਡਾ ਫਰਾਂਸ ਅਤੇ ਇੰਗਲੈਂਡ, ਫਰਾਂਸ ਹੈ ਅਤੇ ਇੰਗਲੈਂਡ ਹੈ, ਠੀਕ ਹੈ। ਇਹ ਕਿਸ ਵਿਚਾਰਧਾਰਾ ਦੇ ਸਮਰਥਕ ਹਨ, ਇਹ ਹਨ ਪੂੰਜੀਵਾਦੀ ਵਿਚਾਰਧਾਰਾ ਦੇ। ਹੁਣ ਜਿਹੜੇ ਆਪਾਂ ਧੁਰੀ ਦੇਸ਼ ਕੀਤੇ, ਜਿਹੜੇ ਮੇਨ ਸਾਡੇ ਹਨ, ਇਟਲੀ, ਜਾਪਾਨ, ਜਰਮਨੀ, ਠੀਕ ਹੈ। ਹੁਣ ਆਪਾਂ ਗੱਲ ਕੀਤੀ ਕਿ ਇਟਲੀ ਦੇ ਵਿੱਚ ਮੁਸੋਲੀਨੀ ਸੀ, ਠੀਕ ਹੈ। ਉਸਨੇ ਵੀ ਆਪਣੀ ਜੋ ਸੀ ਫਾਸੀਵਾਦੀ ਵਿਚਾਰਧਾਰਾ ਦੀ ਜੋ ਉਸਨੇ ਆਪਣੀ ਸੱਤਾ ਦੇ ਵਿੱਚ ਲਿਆਂਦੀ, ਠੀਕ ਹੈ, ਉਸਨੂੰ ਅਪਣਾਇਆ। ਸਾਡਾ ਮੇਨ ਸੀ ਉਸ ਦੇ ਵਿੱਚ ਜਰਮਨੀ ਸੀ, ਹਿਟਲਰ ਸੀ, ਉਸਨੇ ਨਾਜ਼ੀਵਾਦੀ ਜੋ ਵਿਚਾਰਧਾਰਾ ਸੀ ਉਸਨੂੰ ਅਪਣਾਇਆ, ਠੀਕ ਹੈ। ਸੋ ਕਿਤੇ ਨਾ ਕਿਤੇ ਇਹ ਫਾਸੀਵਾਦੀ ਸ਼ਕਤੀਆਂ ਸਨ, ਠੀਕ ਹੈ, ਫਾਸੀਵਾਦ। ਅਤੇ ਹੁਣ ਦੇਖੋ ਤਿੰਨੇ ਵਿਚਾਰਧਾਰਾਵਾਂ ਅਲੱਗ ਹਨ, ਇਹ ਸਾਮਵਾਦ, ਇਹ ਪੂੰਜੀਵਾਦ ਅਤੇ ਇਹ ਕਿਤੇ ਨਾ ਕਿਤੇ ਫਾਸੀਵਾਦ ਸ਼ਕਤੀਆਂ, ਠੀਕ ਹੈ। ਸੋ ਹੁਣ ਫਰਾਂਸ ਅਤੇ ਇੰਗਲੈਂਡ ਜੋ ਹਨ ਨਾ, ਉਹ ਇਸ ਨੂੰ ਰੋਕ ਸਕਦੇ ਆ ਕਿ ਕਿਤੇ ਨਾ ਕਿਤੇ ਧੁਰੀ ਦੇਸ਼ ਆਪਣੀਆਂ ਸ਼ਕਤੀਆਂ ਨਾ ਵਧਾਉਣ। ਕਿਤੇ ਨਾ ਕਿਤੇ ਜਰਮਨੀ, ਇਟਲੀ, ਜਾਪਾਨ ਜੋ ਕਿ ਆਪਣੇ ਅਧਿਕਾਰ ਦੇ ਵਿੱਚ ਹੋਰ ਇਲਾਕੇ ਲਈ ਜਾ ਰਹੇ ਆ, ਕਿਤੇ ਨਾ ਕਿਤੇ ਉਸਨੂੰ ਰੋਕ ਲੈਣ, ਠੀਕ ਹੈ। ਇਹ ਕਰ ਸਕਦੇ ਆ ਫਰਾਂਸ ਅਤੇ ਇੰਗਲੈਂਡ, ਪਰ ਇਹ ਅਜਿਹਾ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਕਿਉਂਕਿ ਇਹ ਕਿਤੇ ਨਾ ਕਿਤੇ ਸਾਮਵਾਦੀ ਵਿਚਾਰਧਾਰਾ ਨੂੰ ਟੱਕਰ ਦੇਣੀ ਚਾਹੁੰਦੇ ਆ। ਕਿਸ ਦੇ ਥਰੂ ਦੇਣੀ ਚਾਹੁੰਦੇ ਆ? ਜਾਪਾਨ, ਇਟਲੀ ਅਤੇ ਜਰਮਨੀ ਦੇ ਥਰੂ, ਧੁਰੀ ਦੇਸ਼ਾਂ ਦੇ ਥਰੂ। ਸੋ ਇਹ ਜੋ ਨੀਤੀ ਅਪਣਾਈ ਗਈ ਨਾ, ਤੁਸ਼ਟੀਕਰਨ ਦੀ ਨੀਤੀ ਅਸੀਂ ਇਸ ਨੂੰ ਕਹਿੰਦੇ ਹਾਂ। ਸੋ ਇਸ ਨੀਤੀ ਦੇ ਕਾਰਨ ਵੀ ਧੁਰੀ ਦੇਸ਼ਾਂ ਨੇ, ਇਟਲੀ, ਜਾਪਾਨ, ਜਰਮਨੀ ਨੇ ਆਪਣੇ ਬਹੁਤ ਜ਼ਿਆਦਾ ਹੌਸਲੇ ਵਧਾ ਲਏ, ਠੀਕ ਹੈ। ਅਧਿਕਾਰ ਜਮਾਉਣਾ ਸ਼ੁਰੂ ਕਰ ਦਿੱਤਾ, ਠੀਕ ਹੈ। ਮੁਸੋਲੀਨੀ ਨੇ ਆਪਣਾ ਇੰਨਾ ਜ਼ਿਆਦਾ
ਜੋ ਸੀ ਆਪਣਾ ਖੇਤਰ ਵਧਾ ਲਿਆ, ਸ਼ਸਤਰੀਕਰਨ ਦੀ ਨੀਤੀ ਕਰ ਲਏ, ਸਾਰੇ ਇਹ ਦੇਸ਼ ਹੈ ਨਾ ਇੱਥੇ ਚੱਲ ਰਹੇ, ਤਾਂ ਕਿਤੇ ਨਾ ਕਿਤੇ ਇੰਗਲੈਂਡ ਨੂੰ ਅਤੇ ਫਰਾਂਸ ਨੂੰ ਕਿਤੇ ਨਾ ਕਿਤੇ ਰੋਕ ਲਗਾਉਣੀ ਚਾਹੀਦੀ ਸੀ, ਪਰ ਇਹਨਾਂ ਨੇ ਇਹ ਰੋਕ ਨਹੀਂ ਲਗਾਈ। ਤੁਸ਼ਟੀਕਰਨ ਦੀ ਨੀਤੀ ਇਸ ਨੂੰ ਹੀ ਕਹਿੰਦੇ ਆ, ਠੀਕ ਹੈ। ਸੋ ਇਹ ਮੇਨ ਰੀਜ਼ਨ ਬਣੀ ਜਿਸ ਦੇ ਕਰਕੇ ਜੋ ਮੇਨ ਧੁਰੀ ਦੇਸ਼ ਬਹੁਤ ਜ਼ਿਆਦਾ ਸਟਰੋਂਗ ਹੋ ਗਏ ਸੀ। ਨੈਕਸਟ ਹੈ ਮੇਨ ਇੰਪੋਰਟੈਂਟ ਕਾਜ਼ ਮਿਊਨਿਖ ਸਮਝੌਤਾ। ਮਿਊਨਿਖ ਸਮਝੌਤਾ ਪੁੱਛ ਲਿਆ ਜਾਂਦਾ ਹੈ ਕਦੋਂ ਹੋਇਆ, ਤਾਂ 1938 ਈਸਵੀ ਦੇ ਵਿੱਚ ਹੋਇਆ। ਬਹੁਤ ਹੀ ਇੰਪੋਰਟੈਂਟ ਇਸ ਨੂੰ ਤੁਸੀਂ ਸਮਝਣਾ ਹੈ। ਇੱਕ ਹੈ ਚੈਕੋਸਲੋਵਾਕੀਆ ਦੇਸ਼, ਜਰਮਨੀ ਕੀ ਚੈਕੋਸਲੋਵਾਕੀਆ ਦੇਸ਼ ਹੈ, ਇਸ 'ਤੇ ਕੌਣ ਕਬਜ਼ਾ ਕਰਨਾ ਚਾਹੁੰਦਾ ਹੈ? ਜਰਮਨੀ। ਜਰਮਨੀ ਇਸ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਠੀਕ ਹੈ। ਚੈਕੋਸਲੋਵਾਕੀਆ ਜਰਮਨੀ ਲਈ ਉਦਯੋਗਿਕ, ਸਮਾਜਿਕ, ਸਾਰੀ ਦ੍ਰਿਸ਼ਟੀ ਤੋਂ ਸੰਪੰਨ ਦੇਸ਼ ਹੈ। ਉਸ ਦੀ ਨਜ਼ਰ ਹੁਣ ਚੈਕੋਸਲੋਵਾਕੀਆ 'ਤੇ ਹੈ। ਹਿਟਲਰ ਨੇ ਕੀ ਕੀਤਾ? ਹਿਟਲਰ ਨੇ ਚੈਕੋਸਲੋਵਾਕੀਆ ਦਾ ਇੱਕ ਭਾਗ ਸੀ ਸੁਡੇਟਨਲੈਂਡ, ਸੁਡੇਟਨਲੈਂਡ, ਉਸ 'ਤੇ ਆਪਣਾ ਦਾਅਵਾ ਕਰ ਦਿੱਤਾ ਕਿ ਇਹ ਮੇਰੇ ਅਧਿਕਾਰ ਦੇ ਵਿੱਚ ਹੈ, ਇਹ ਸਾਡਾ ਹਿੱਸਾ ਹੈ, ਠੀਕ ਹੈ। ਉਸਨੇ ਕਿਹਾ ਕਿ ਇੱਥੇ ਜਰਮਨ ਵੀ ਨਿਵਾਸ ਕਰਦੇ ਆ, ਇੱਥੇ ਸ਼ਸਤਰ ਕਾਰਖਾਨਾ ਵੀ ਹੈ, ਇਸ 'ਤੇ ਮੇਰਾ ਅਧਿਕਾਰ ਆ। ਜੇ ਤੁਸੀਂ ਇਹ ਮੈਨੂੰ ਇਲਾਕਾ ਨਾ ਦਿੱਤਾ ਤੇ ਮੈਂ ਬਲਪੂਰਵਕ ਇਸ ਨੂੰ ਪ੍ਰਾਪਤ ਕਰ ਲਵਾਂਗਾ, ਭਾਵ ਹਮਲਾ ਕਰ ਦੇਵਾਂਗਾ, ਠੀਕ ਹੈ। ਸੋ ਜਦੋਂ ਉਸਨੇ ਹਮਲੇ ਲਈ ਧਮਕੀ ਦਿੱਤੀ, ਠੀਕ ਹੈ, ਸੋ ਇਹ ਸਮੱਸਿਆ ਪੈਦਾ ਹੋ ਗਈ। ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਫਿਰ ਇੱਕ ਸਮਝੌਤਾ ਹੋਇਆ 1938 ਈਸਵੀ ਦੇ ਵਿੱਚ। ਇਸ ਨੂੰ ਆਪਾਂ ਮਿਊਨਿਖ ਸਮਝੌਤਾ ਕਹਿੰਦੇ ਹਾਂ। ਇਸ ਦੇ ਵਿੱਚ ਹਿਟਲਰ ਦੀ ਸ਼ਰਤ ਮੰਨ ਲਈ ਗਈ, ਹਿਟਲਰ ਦਾ ਸੁਡੇਟਨਲੈਂਡ 'ਤੇ ਅਧਿਕਾਰ ਹੋ ਗਿਆ। 1939 ਈਸਵੀ ਵਿੱਚ ਸੰਪੂਰਨ ਚੈਕੋਸਲੋਵਾਕੀਆ ਜੋ ਸੀ ਉਹ ਹੜੱਪ ਲਿਆ ਗਿਆ, ਠੀਕ ਹੈ। ਸੋ ਇਸ ਤਰ੍ਹਾਂ ਇਹ ਮਿਊਨਿਖ ਸਮਝੌਤਾ ਵੀ ਮੇਨ ਰੀਜ਼ਨ ਬਣਿਆ ਸਾਡੇ ਸੈਕਿੰਡ ਵਰਲਡ ਵਾਰ ਦੇ ਲਈ। ਨੈਕਸਟ ਇੰਪੋਰਟੈਂਟ ਹੈ ਰਾਸ਼ਟਰ ਸੰਘ ਦੀ ਅਸਫਲਤਾ। ਹੁਣ ਰਾਸ਼ਟਰ ਸੰਘ ਅਸੀਂ ਸਾਰੇ ਜਾਣਦੇ ਹਾਂ ਕਿ ਫਸਟ ਵਰਲਡ ਵਾਰ ਤੋਂ ਬਾਅਦ ਬਣਿਆ ਸੀ, ਠੀਕ ਹੈ। ਉਸ ਦੇ ਵਿੱਚ ਕੀ ਸੀ? ਮੇਨ ਆਬਜੈਕਟਿਵ ਸੀ ਸ਼ਾਂਤੀ ਸਥਾਪਿਤ ਕਰਨਾ, ਕੋਈ ਯੁੱਧ ਨਾ ਹੋਵੇ ਇਸ ਦਾ ਧਿਆਨ ਰੱਖਣਾ, ਕੋਈ ਆਪਣੀ ਸ਼ਕਤੀ ਦਾ ਵਿਸਥਾਰ ਨਾ ਕਰ ਲਏ ਇਹ ਧਿਆਨ ਰੱਖਣਾ। ਪਰ ਕੀ ਹੋਇਆ? ਰਾਸ਼ਟਰ ਸੰਘ ਨੇ ਤਾਂ ਕੁਛ ਵੀ ਅਜਿਹਾ ਰੋਕ ਲਗਾਈ ਨਹੀਂ। ਯੁੱਧ ਨੂੰ ਰੋਕਣ ਲਈ ਸਥਾਪਨਾ ਸੀ, ਪਰ ਮਹਾਸ਼ਕਤੀਆਂ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਹੋਈ। ਇਟਲੀ ਹੋਵੇ, ਜਾਪਾਨ ਹੋਵੇ, ਚਾਹੇ ਜਰਮਨੀ ਆ, ਇਹਨਾਂ ਨੇ ਆਪਣੀ ਸ਼ਕਤੀ ਵਧਾਈ, ਕਿਸੇ ਨੇ ਇਸ 'ਤੇ ਰੋਕ ਹੀ ਨਹੀਂ ਲਗਾਈ, ਠੀਕ ਹੈ। ਕੋਈ ਵੀ ਨਿੱਜੀ ਸੈਨਾ ਨਹੀਂ ਆਪਣੀ ਰੱਖ ਸਕਦੇ। ਵੱਡੇ ਰਾਸ਼ਟਰਾਂ 'ਤੇ ਦਬਾਅ ਪਾਇਆ ਜਾ ਸਕਦਾ ਸੀ ਰਾਸ਼ਟਰ ਸੰਘ ਵੱਲੋਂ, ਪਰ ਕੋਈ ਵੀ ਦਬਾਅ ਨਹੀਂ ਪਾਇਆ ਗਿਆ। ਜਾਪਾਨ, ਜਰਮਨੀ, ਇਟਲੀ ਰਾਸ਼ਟਰ ਸੰਘ ਤੋਂ ਅਲੱਗ ਹੋ ਗਏ, ਮਨਮਰਜ਼ੀ ਕਰਨ ਲੱਗ ਗਏ। ਰਾਸ਼ਟਰ ਸੰਘ ਨੇ ਉਹਨਾਂ ਨੂੰ ਰੋਕਿਆ ਤੱਕ ਵੀ ਨਹੀਂ, ਠੀਕ ਹੈ, ਉਹਨਾਂ ਨੂੰ ਰੋਕਿਆ ਨਹੀਂ। ਇਸ ਤਰ੍ਹਾਂ ਛੋਟੇ ਰਾਸ਼ਟਰਾਂ ਦਾ ਵੀ ਵਿਸ਼ਵਾਸ ਰਾਸ਼ਟਰ ਸੰਘ ਤੋਂ ਉੱਠ ਗਿਆ। ਇਹ ਸਾਰਾ ਜੋ ਰਾਸ਼ਟਰ ਸੰਘ ਸੀ ਇਹ ਬਿਲਕੁਲ ਅਸਫਲ ਹੋ ਗਿਆ। ਸੋ ਜਦੋਂ ਜਿਹੜੀ ਮੇਨ ਸੰਸਥਾ ਯੁੱਧ ਨੂੰ ਰੋਕਣ ਦੇ ਲਈ ਬਣੀ ਹੈ, ਜਦ ਉਹੀ ਅਸਫਲ ਹੋ ਜਾਂਦੀ ਹੈ ਤਾਂ ਯੁੱਧ ਦਾ ਹੋਣਾ ਨੈਕਸਟ ਤਾਂ ਲਾਜ਼ਮੀ ਹੋ ਜਾਂਦਾ ਹੈ। ਸੋ ਰਾਸ਼ਟਰ ਸੰਘ ਦੀ ਅਸਫਲਤਾ ਦੂਸਰੇ ਵਿਸ਼ਵ ਯੁੱਧ ਦਾ ਮੇਨ ਕਾਰਨ ਬਣੀ। ਹੁਣ ਨੈਕਸਟ ਅਸੀਂ ਕਰਦੇ ਹਾਂ ਇਮੀਡੀਏਟ ਕਾਜ਼, ਤਤਕਾਲੀ ਕਾਰਨ, ਕਿਉਂਕਿ ਹਰੇਕ ਘਟਨਾ ਦਾ ਕੋਈ ਨਾ ਕੋਈ ਤਤਕਾਲੀ ਕਾਰਨ ਤਾਂ ਹੁੰਦਾ ਹੀ ਹੈ। ਸੋ ਇਸ ਸੈਕਿੰਡ ਵਰਲਡ ਵਾਰ ਦਾ ਮੇਨ ਤਤਕਾਲੀ ਕਾਰਨ ਕਿਹੜਾ ਬਣਿਆ? ਉਹ ਸੀ ਹਿਟਲਰ ਦਾ ਪੋਲੈਂਡ ਤੋਂ ਡੋਜ਼ਿੰਗ ਬੰਦਰਗਾਹ ਅਤੇ ਪੋਲਿਸ ਗਲਿਆਰਾ ਨਾਮਕ ਜੋ ਸੀ ਜਗ੍ਹਾ, ਉਸ ਨੂੰ ਵਾਪਸ ਆਪਣੇ ਕੋਲ ਲੈਣ ਦੀ ਮੰਗ ਰੱਖੀ ਗਈ ਸੀ। ਪੋਲੈਂਡ ਨੇ ਇਹ ਸਵੀਕਾਰ ਹੀ ਨਹੀਂ ਕੀਤੀ ਮੰਗ। ਹਿਟਲਰ ਨੇ ਮੰਗ ਰੱਖੀ ਡੋਜ਼ਿੰਗ ਬੰਦਰਗਾਹ ਦੇ ਦਿਓ, ਪੋਲਿਸ ਗਲਿਆਰਾ ਦੇ ਦਿਓ, ਠੀਕ ਹੈ। ਪੋਲੈਂਡ ਨੇ ਕਿਹਾ ਆਪਾਂ ਨਹੀਂ ਦੇ ਸਕਦੇ, ਠੀਕ ਹੈ। ਪੋਲੈਂਡ ਨੇ ਸਾਫ਼ ਇਨਕਾਰ ਕਰ ਦਿੱਤਾ, ਠੀਕ ਹੈ। ਸੋ ਹਿਟਲਰ ਨੇ ਕੀ ਕੀਤਾ? ਹਿਟਲਰ ਨੇ ਕੀ ਕੀਤਾ? ਪੋਲੈਂਡ 'ਤੇ ਹਮਲਾ ਕਰ ਦਿੱਤਾ 1 ਅਪ੍ਰੈਲ 1939 ਈਸਵੀ ਨੂੰ, ਠੀਕ ਹੈ। ਅਤੇ ਇਹ ਮੰਗ ਨੂੰ ਮੁੱਖ ਰੱਖਦੇ ਹੋਏ ਫਿਰ ਜੋ ਸੀ ਇਹ ਜੋ ਹਮਲਾ ਹਿਟਲਰ ਦੇ ਦੁਆਰਾ ਪੋਲੈਂਡ 'ਤੇ ਕੀਤਾ ਗਿਆ, ਇਹ ਮੇਨ ਤਤਕਾਲੀ ਕਾਰਨ ਦੇ ਵਿੱਚ ਐਡ ਹੋ ਗਿਆ, ਠੀਕ ਹੈ। ਸੋ ਗੱਲ ਕਰੀਏ ਹੁਣ ਅਸੀਂ, ਜੇਕਰ ਪੋਲੈਂਡ ਨੇ ਇੰਗਲੈਂਡ, ਫਰਾਂਸ ਦੇ ਨਾਲ ਸੀ ਇੱਕ ਸੰਧੀ ਕੀਤੀ, ਜੋ ਪੋਲੈਂਡ ਸੀ ਨਾ ਇਸ ਨੇ ਇੰਗਲੈਂਡ ਤੇ ਫਰਾਂਸ ਦੇ ਨਾਲ ਇੱਕ ਸੰਧੀ ਕੀਤੀ ਸੀ ਕਿ ਜੇਕਰ ਮੇਰੇ 'ਤੇ ਜਰਮਨੀ ਹਮਲਾ ਕਰ ਦਿੰਦਾ, ਕੋਈ ਸਥਿਤੀ ਬਣ ਜਾਂਦੀ, ਤੇ ਇੰਗਲੈਂਡ, ਫਰਾਂਸ ਤੁਸੀਂ ਮੈਨੂੰ ਪੋਲੈਂਡ ਨੂੰ ਮਤਲਬ ਕਿ ਕੀ ਦੇਣਾ ਹੈ? ਸੈਨਿਕ ਸਹਾਇਤਾ ਦੇਣੀ ਹੈ, ਠੀਕ ਹੈ। ਹੁਣ ਇੰਗਲੈਂਡ, ਫਰਾਂਸ ਤਾਂ ਇੱਕ ਪਾਸੇ ਹੋ ਗਏ, ਠੀਕ ਹੈ, ਮਿੱਤਰ ਰਾਸ਼ਟਰਾਂ ਵਿੱਚ ਹੋ ਗਏ, ਕਿਉਂਕਿ ਉਹ ਜਰਮਨੀ ਵੱਲ ਤਾਂ ਹੋ ਨਹੀਂ ਸਕਦੇ, ਕਿਉਂਕਿ ਪੋਲੈਂਡ 'ਤੇ ਜਰਮਨੀ ਹਮਲਾ ਕਰ ਰਿਹਾ, ਠੀਕ ਹੈ। ਇੰਗਲੈਂਡ ਅਤੇ ਫਰਾਂਸ ਨੇ ਪੋਲੈਂਡ ਨੂੰ ਹੈਲਪ ਦੇਣੀ ਹੈ ਨਾ। ਤੋ ਇਹ ਜੋ ਸੀ ਇਹ ਸਥਿਤੀ ਇਸ ਤਰ੍ਹਾਂ ਦੀ ਬਣ ਗਈ ਕਿ ਪੋਲੈਂਡ ਦਾ ਸਾਥ ਹੁਣ ਕਿਸ ਨੇ ਦੇਣਾ ਸੀ? ਇੰਗਲੈਂਡ ਤੇ ਜੋ ਫਰਾਂਸ ਨੇ ਦੇਣਾ ਸੀ, ਉਹਨੇ ਸੈਨਿਕ ਸਹਾਇਤਾ ਉਸ ਨੂੰ ਦੇਣੀ ਸੀ। ਦੂਜੇ ਪਾਸੇ ਜਰਮਨੀ ਨੇ ਦੇਖਿਆ ਵੀ ਹਾਂ ਹੁਣ ਇਹਦੇ ਲਈ ਪੋਲੈਂਡ ਵੱਲ ਤਾਂ ਇੰਗਲੈਂਡ ਵੀ ਆ ਗਿਆ, ਫਰਾਂਸ ਵੀ ਆ ਗਿਆ। ਉਸਨੇ ਕੀ ਕੀਤਾ?
ਸਭ ਕੁਝ ਦੇਖਦੇ ਹੋਏ ਪਹਿਲਾਂ 1 ਸਤੰਬਰ 1939 ਨੂੰ ਪੋਲੈਂਡ 'ਤੇ ਹਮਲਾ ਕੀਤਾ ਅਤੇ ਬਾਅਦ ਵਿੱਚ 3 ਸਤੰਬਰ ਨੂੰ ਫਰਾਂਸ ਅਤੇ ਫਿਰ ਬ੍ਰਿਟੇਨ ਨੇ ਵੀ ਕੀ ਕੀਤਾ, ਯੁੱਧ ਦੀ ਘੋਸ਼ਣਾ ਕਰ ਦਿੱਤੀ ਜਰਮਨੀ ਦੇ ਵਿਰੁੱਧ। ਠੀਕ ਹੈ, ਦੂਜੇ ਪਾਸੇ ਜਰਮਨੀ ਨੇ ਵੀ ਜੋ ਸੀ ਫਿਰ ਕੀ ਕੀਤਾ, ਪੋਲੈਂਡ 'ਤੇ ਆਪਣਾ ਅਧਿਕਾਰ ਕਰ ਲਿਆ। ਪੋਲੈਂਡ 'ਤੇ ਕਿਸ ਦਾ ਅਧਿਕਾਰ ਹੋ ਗਿਆ, ਜਰਮਨੀ ਦਾ ਅਧਿਕਾਰ ਹੋ ਗਿਆ। ਸੋ ਇਹ ਸੀ ਮੇਨ ਕੌਜ਼। ਠੀਕ ਹੈ, ਅੱਜ ਅਸੀਂ ਮੇਨ ਕੌਜ਼ ਸਾਰੇ ਕਲੀਅਰ ਕੀਤੇ। ਕਿਸ ਤਰ੍ਹਾਂ ਅਸੀਂ ਸਾਰੇ ਮਿੱਤਰ ਧੁਰੀ ਰਾਸ਼ਟਰ ਜਿਵੇਂ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਚੰਗੀ ਤਰ੍ਹਾਂ ਸਮਝੇ ਸੀ, ਕਿਸ ਤਰ੍ਹਾਂ ਉੱਧਰ ਇੱਕ ਦੂਜੇ ਦੇ ਨਾਲ ਅਲੱਗ-ਅਲੱਗ ਗੁੱਟ ਬਣੇ, ਅੱਜ ਵੀ ਅਸੀਂ ਇਸ ਵੀਡੀਓ ਦੇ ਵਿੱਚ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਸਮਝਿਆ। ਇਸ ਦੇ ਵਿੱਚ ਤੁਸੀਂ ਇੱਕ ਚੀਜ਼ ਯਾਦ ਰੱਖਣੀ ਕਿ ਜਿਹੜਾ ਇਟਲੀ ਸੀ ਉਹ ਪਹਿਲਾਂ ਮਿੱਤਰ ਦੇਸ਼ਾਂ ਵੱਲ ਸੀ, ਪਰ ਇਸ ਵਿਸ਼ਵ ਯੁੱਧ ਦੇ ਵਿੱਚ ਧੁਰੀ ਦੇਸ਼ਾਂ ਵੱਲ ਸੀ। ਠੀਕ ਹੈ, ਸੋ ਇਸ ਨੂੰ ਯਾਦ ਰੱਖਣਾ ਹੈ। ਇੱਕ ਮੇਨ ਇੰਪੋਰਟੈਂਟ ਫੈਕਟ ਹੋਰ ਕਲੀਅਰ ਕਰ ਸਕਦੇ ਹੋ, ਜੋ 1 ਸਤੰਬਰ ਤੇ 1939 ਈਸਵੀ ਤੱਕ ਦਾ ਜੋ ਟਾਈਮ ਸੀ ਨਾ, 1 ਸਤੰਬਰ 1939 ਤੋਂ 9 ਅਪ੍ਰੈਲ 1940 ਈਸਵੀ ਤੱਕ ਦਾ ਨੋਟ ਕਰ ਸਕਦੇ ਹੋ। 1 ਸਤੰਬਰ 1939 ਤੋਂ ਜੋ 9 ਅਪ੍ਰੈਲ 1940 ਦਾ ਟਾਈਮ ਸੀ ਨਾ, ਇਹਨੂੰ ਕਿਹਾ ਜਾਂਦਾ ਹੈ ਫੂਨੀ ਵਾਰ ਦਾ ਟਾਈਮ। ਠੀਕ ਹੈ, ਇਸ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਸਤਵਿਕ ਯੁੱਧ ਨਹੀਂ ਹੋਇਆ, ਕਿਸੇ ਨੇ ਕਿਸੇ 'ਤੇ ਕਹਿ ਸਕਦੇ ਜਿਵੇਂ ਬਾਅਦ ਵਿੱਚ ਅਸੀਂ ਐਟਮ ਬੰਬ ਸਿੱਟੇ ਗਏ, ਕਈ ਕੁਛ ਹੀ ਹੋਇਆ ਸੀ ਯੁੱਧ ਦੇ ਵਿੱਚ। ਸੈਕਿੰਡ ਵਰਲਡ ਵਾਰ ਦੇ ਵਿੱਚ ਬਹੁਤ ਹੀ ਭਿਆਨਕ ਸੀ, ਪਰ ਇਸ ਸਮੇਂ ਦੇ ਇਸ ਸਮੇਂ ਦੇ ਦੌਰਾਨ ਕੁਛ ਇਵੇਂ ਦਾ ਨਹੀਂ ਹੋਇਆ, ਕੋਈ ਵਾਸਤਵਿਕ ਯੁੱਧ ਨਹੀਂ ਹੋਇਆ। ਇਸ ਨੂੰ ਫੂਨੀ ਵਾਰ ਦਾ ਕਾਲ ਮੰਨਿਆ ਜਾਂਦਾ ਹੈ। ਠੀਕ ਹੈ, ਸੋ ਇਸ ਦੇ ਨਾਲ ਹੀ ਅਸੀਂ ਹੁਣ ਦੇਖ ਸਕਦੇ ਹਾਂ ਅਲਾਈਡ ਪਾਵਰ ਅਤੇ ਐਕਸਿਸ ਪਾਵਰ, ਜੋ ਅਸੀਂ ਗੱਲ ਕੀਤੀ ਮਿੱਤਰ ਦੇਸ਼ ਅਤੇ ਧੁਰੀ ਦੇਸ਼, ਇਸ ਨੂੰ ਤੁਸੀਂ ਮਾਈਂਡ ਦੇ ਵਿੱਚ ਰੱਖਣਾ ਹੈ, ਕਿਉਂਕਿ ਇਹ ਦੋ ਜੋ ਇਹਨਾਂ ਦੇ ਵਿੱਚ ਹੀ ਜੋ ਸੈਕਿੰਡ ਵਰਲਡ ਵਾਰ ਹੋਈ ਹੈ। ਠੀਕ ਹੈ, ਅਸੀਂ ਜਰਮਨੀ ਕੀਤਾ, ਜਰਮਨੀ ਦੇ ਵਿੱਚ ਹਿਟਲਰ ਮੇਨ ਕੀਤਾ, ਇਟਲੀ ਕੀਤਾ, ਇਟਲੀ ਵਿੱਚ ਮੁਸੋਲੀਨੀ ਕੀਤਾ, ਜਾਪਾਨ, ਇਹ ਸਾਰੇ ਧੁਰੀ ਦੇਸ਼ ਹੋ ਗਏ। ਇੱਧਰਲੇ ਪਾਸੇ UK, ਫਰਾਂਸ, USA, USSR, ਚਾਈਨਾ, ਪੋਲੈਂਡ, ਯੂਗੋਸਲਾਵੀਆ। ਠੀਕ ਹੈ, ਇਸ ਦੇ ਨਾਲ ਹੀ ਗਰੀਸ ਅਤੇ ਇੰਡੀਆ ਵੀ ਬ੍ਰਿਟੇਨ ਦੇ ਅੰਡਰ ਸੀ, ਇਸ ਕਰਕੇ ਇਹ ਸਾਰੇ ਮਿੱਤਰ ਰਾਸ਼ਟਰਾਂ ਵੱਲ ਆ ਗਏ। ਸੋ ਇਹ ਸੀ ਮੇਨ ਜਿਨ੍ਹਾਂ ਦੇ ਵਿੱਚ ਸੈਕਿੰਡ ਵਰਲਡ ਵਾਰ ਲੜਿਆ ਜਾਣਾ ਹੈ। ਠੀਕ ਹੈ, ਹੁਣ ਇਸ ਦੀਆਂ ਯੋਧੀਆਂ ਰਹਿ ਗਈਆਂ ਘਟਨਾਵਾਂ ਅਤੇ ਪ੍ਰਭਾਵ, ਉਹ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ, ਕਿਉਂਕਿ ਇਸ ਵੀਡੀਓ ਦੇ ਵਿੱਚ ਜੇਕਰ ਉਸਦੀ ਐਕਸਪਲੇਨੇਸ਼ਨ ਕੀਤੀ ਗਈ ਤਾਂ ਇਹ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਏਗੀ। ਸੋ ਤੁਹਾਡਾ ਵੀ ਇਸ 'ਤੇ ਜ਼ਿਆਦਾ ਇੰਨਾ ਫੋਕਸ ਨਹੀਂ ਬਣ ਸਕੇਗਾ। ਸੋ ਅਸੀਂ ਕੰਸੈਪਟ ਨੂੰ ਡੀਪਲੀ ਸਮਝਣਾ ਹੈ, ਵਧੀਆ ਤਰ੍ਹਾਂ ਸਮਝਣਾ ਹੈ, ਇਸ ਲਈ ਅਸੀਂ ਅਲੱਗ ਤੋਂ ਇਸ ਦੀ ਵੀਡੀਓ ਬਣਾਵਾਂਗੇ ਜਿਸ ਦੇ ਵਿੱਚ ਘਟਨਾਵਾਂ ਅਤੇ ਪ੍ਰਭਾਵ ਨੂੰ ਚੰਗੀ ਤਰ੍ਹਾਂ ਐਕਸਪਲੇਨੇਸ਼ਨ ਦੇ ਨਾਲ ਸਮਝਾਂਗੇ। ਸੋ ਫਰੈਂਡਸ, ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ, ਸਾਰੇ ਤੁਹਾਡੇ ਡਾਊਟ ਕਲੀਅਰ ਹੋਏ ਹੋਣਗੇ ਸੈਕਿੰਡ ਵਰਲਡ ਵਾਰ ਨੂੰ ਲੈ ਕੇ, ਸਮਝ ਆਈ ਹੋਗੀ ਵਧੀਆ ਤਰ੍ਹਾਂ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ, ਲਾਈਕ ਸ਼ੇਅਰ ਜ਼ਰੂਰ ਕਰਨਾ ਹੈ, ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ, ਤਾਂ ਜੋ ਆਉਣ ਵਾਲੀਆਂ ਹੋਰ ਲੇਟੈਸਟ ਵੀਡੀਓ ਦੇ ਲਈ ਤੁਸੀਂ ਨੋਟੀਫਿਕੇਸ਼ਨ ਲੈ ਸਕੋ ਅਤੇ ਸਾਡੀ ਜੋ ਇੱਕ ਫੈਮਿਲੀ ਹੈ ਇੱਕ YouTube 'ਤੇ, ਇਹ ਜ਼ਿਆਦਾ ਹੋਰ ਵੀ ਵੱਧਦੀ ਰਹੇ। ਠੀਕ ਹੈ, ਸੋ ਇਸ ਕਰਕੇ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ। ਠੀਕ ਹੈ, ਸੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਫਰੈਂਡਸ, ਥੈਂਕ ਯੂ।